फायर आ रही है आपके बीच में। हाँ जी दोस्तों, रेडी? यार ਉਹ ਬਰਾੜ ਸਾਹਿਬ ਨੂੰ ਤਾਂ ਸੱਦ ਲਓ ਅੰਦਰ, ਨਰਪਿੰਦਰ ਬਰਾੜ ਨੂੰ ਬੁਲਾ ਲਓ। ਤੂੰ ਦੇ ਦੇ ਕਾਕਾ ਕੁਰਸੀ ਉਹਨਾਂ ਨੂੰ, ਤੂੰ ਸਾਈਡ ਤੇ ਹੋ ਕੇ ਬਣਾ ਲਾ। ਬਰਾੜ ਸਾਹਿਬ ਨੂੰ ਦੇ ਦੇ ਕੁਰਸੀ। ਬਾਹਰੋਂ ਬਾਰੀ ਖੋਲ ਕੇ ਬਾਹਰੋਂ ਸੁਣਦੇ ਸੀ ਕੈਮਰਾ। ਇੱਥੇ ਆ ਜਾਓ, ਆ ਕੁਰਸੀ ਦਵਾਤੀ ਤੁਹਾਨੂੰ। ਨਹੀਂ ਕੋਈ ਚੱਕਰ ਨਹੀਂ, ਤੁਸੀਂ ਮਾਈਂਡ ਨਾ ਕਰੋ, ਨੋ ਪ੍ਰੋਬਲਮ। ਅੱਛਾ, ਇੱਕ ਮੇਰੀ ਸਨਿਮਰ ਬੇਨਤੀ ਹੈਗੀ ਆ, 1 to 1 ਨਾ ਕਰਿਓ ਕਿਉਂਕਿ ਅਸੀਂ ਫਿਰ ਲੇਟ ਹੋ ਜਾਣਾ। ਮੈਂ ਤੁਹਾਨੂੰ ਸਾਰੀ ਡਿਟੇਲ ਜਿਹੜੀ ਆ ਜਾਣਕਾਰੀ ਦੇ ਦਿੰਦਾ। ਕਿਸੇ ਨੇ ਕੋਈ ਸਵਾਲ ਕਰਨਾ ਹੋਊਗਾ ਉਹ ਜ਼ਰੂਰ ਕਰ ਲਵੇ, ਪਰ 1 to 1 ਵਾਲਾ ਕਿਰਪਾ ਕਰਕੇ ਬਾਅਦ ਦੇ ਵਿੱਚ ਅਸੀਂ ਇੱਥੇ ਆ ਜਾਣਾ, ਜਾਂ ਤੁਸੀਂ ਮਗਰ ਆ ਜਾਓ, ਉੱਥੇ 1 to 1 ਕਰ ਲਿਓ ਆ ਕੇ। ਸ਼ੁਰੂ ਕਰੀਏ ਜੀ। ਬਹੁਤ ਧੰਨਵਾਦ ਦੋਸਤੋ, ਬੜੀ ਮਿਹਰਬਾਨੀ। ਲੋਕ ਇਨਸਾਫ ਪਾਰਟੀ ਵੱਲੋਂ ਖੇਤੀ ਸੁਧਾਰ ਆਰਡੀਨੈਂਸ ਜਿਹੜਾ ਪੰਜਾਬੀਆਂ ਦਾ ਡੈਥ ਵਾਰੰਟ ਕਵਾਂਗਾ, ਮੌਤ ਦੇ ਵਾਰੰਟ ਸਮਾਨ ਕਾਲਾ ਕਾਨੂੰਨ, ਉਹਦਾ ਵਿਰੋਧ ਕਰਨ ਹਿੱਤ ਸੋਮਵਾਰ ਤੋਂ ਅੱਜ ਸ਼ੁੱਕਰਵਾਰ ਹੋ ਗਿਆ ਸਾਈਕਲ ਰੋਸ ਯਾਤਰਾ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਬੇਨਤੀ ਤੇ ਜਲਿਆਂਵਾਲਾ ਬਾਗ ਨਤਮਸਤਕ ਹੋ ਕੇ ਤੁਰੇ ਸੀਗੇ। ਤਕਰੀਬਨ 280-85 ਕਿਲੋਮੀਟਰ ਦਾ ਸਫ਼ਰ। ਪਹਿਲਾ ਪੜਾਅ ਰਾਤ ਨੂੰ ਤੰਬੂਆਂ ਦੇ ਵਿੱਚ ਬਿਆਸ, ਦੂਸਰਾ ਪੜਾਅ ਤੰਬੂਆਂ ਦੇ ਵਿੱਚ ਜਲੰਧਰ, ਤੀਸਰਾ ਪੜਾਅ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ, ਚੌਥਾ ਪੜਾਅ ਰੋਪੜ। ਤੇ ਅੱਜ 5ਵੇਂ ਦਿਨ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ, ਇਸ ਮੰਗ ਪੱਤਰ ਦੇ ਵਿੱਚ ਲਿਖਿਆ ਕਿ ਤੁਰੰਤ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਕਾਲ ਕਰਕੇ ਇਸ ਕਾਲੇ ਕਾਨੂੰਨ ਨੂੰ, ਇਸ ਆਰਡੀਨੈਂਸ ਨੂੰ ਰੱਦ ਕਰੋ। ਸਾਡਾ ਦੇਸ਼ ਸੰਘੀ ਢਾਂਚਾ ਦੇਸ਼ ਹੈਗਾ, ਫੈਡਰਲ ਸਿਸਟਮ ਦੇਸ਼ ਆ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜਦੋਂ ਇਸ ਦੇਸ਼ ਦਾ, ਵੱਡੇ ਦੇਸ਼ ਦਾ ਸੰਵਿਧਾਨ ਬਣਾਉਣ ਲੱਗੇ ਤੇ ਉਹਨਾਂ ਦੇ ਮਨ ਦੇ ਅੰਦਰ ਭਵਿੱਖ ਦੀਆਂ ਗੱਲਾਂ ਸੀਗੀਆਂ ਕਿ ਕਿਸੇ ਢੰਗ ਤਰੀਕੇ ਕੇਂਦਰ ਤੇ ਰਾਜਾਂ ਦੇ ਆਪਸੀ ਟਕਰਾਓ ਨੂੰ ਰੋਕਿਆ ਜਾਵੇ, ਸੰਵਿਧਾਨ ਇਸ ਤਰੀਕੇ ਦਾ ਬਣਾਇਆ ਜਾਵੇ। ਉਹਨਾਂ ਦੀ ਸੋਚ ਨੇ ਸੰਵਿਧਾਨ ਤਿਆਰ ਕੀਤਾ। ਕੇਂਦਰ ਦੀਆਂ ਸ਼ਕਤੀਆਂ, ਰਾਜਾਂ ਦੀਆਂ ਸ਼ਕਤੀਆਂ, ਕੰਕਰੈਂਟ ਲਿਸਟ ਇਹ ਉਹਨਾਂ ਨੇ ਰੈਡੀ ਕੀਤੀ। ਕਿਹੜੀ ਵਿਸ਼ੇ ਦੇ ਉੱਤੇ ਕੇਂਦਰ ਕਾਨੂੰਨ ਬਣਾ ਸਕਦਾ, ਕਿਹੜੇ ਵਿਸ਼ੇ ਦੇ ਉੱਤੇ ਰਾਜ ਕਾਨੂੰਨ ਬਣਾ ਸਕਦਾ। ਹੁਣ ਜਿਹੜਾ ਇਹ ਆਰਡੀਨੈਂਸ ਜਾਰੀ ਹੋਇਆ, ਇਹ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਕਾਨੂੰਨ ਬਣਾਉਣਾ ਹੋਵੇ ਤੇ ਉਹ ਸੂਬਾ ਸਰਕਾਰ ਅਧਿਕਾਰ ਰੱਖਦੀ ਹੈ, ਸੂਬੇ ਅਧਿਕਾਰ ਰੱਖਦੇ ਆ। ਇਸੇ ਸ਼ਡਿਊਲ ਦੀ 7ਵੇਂ ਸ਼ਡਿਊਲ ਦੀ 26ਵੀਂ ਐਂਟਰੀ ਅੰਦਰੂਨੀ ਖੇਤੀਬਾੜੀ ਦੇ ਮੰਡੀਕਰਨ ਵਾਸਤੇ, ਸਟੇਟ ਦੀ ਖੇਤੀਬਾੜੀ ਦੇ ਮੰਡੀਕਰਨ ਵਾਸਤੇ 26ਵੀਂ ਐਂਟਰੀ ਸਟੇਟ ਸਬਜੈਕਟ ਕਾਨੂੰਨ ਬਣਾਉਣ ਦਾ ਅਧਿਕਾਰ, ਕਾਨੂੰਨ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਸਿਰਫ ਸੂਬਿਆਂ ਕੋਲੇ ਆ, ਕੇਂਦਰ ਕੋਲੇ ਨਹੀਂ। ਡਾਕਾ ਵੱਜ ਗਿਆ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ। ਔਰ ਉਸ ਤੋਂ ਅੱਗੇ ਆੜਤੀ ਜਿਹੜੇ ਬੈਂਕ ਲੋਕਲ ਹੈਗੇ ਸੀ ਕਿਸਾਨਾਂ ਦੀ, ਖਤਮ ਹੋ ਗਏ ਉਹਨਾਂ ਦੇ ਮੁਨੀਮ, ਕੋਈ 60,000 ਦੇ ਕਰੀਬ, ਲੱਖਾਂ ਪੱਲੇਦਾਰ, ਤੋਲੇ, ਛੋਟੇ ਟਰਾਂਸਪੋਰਟਰ, ਮਾਰਕੀਟ ਕਮੇਟੀ ਦੇ ਮੁਲਾਜ਼ਮ ਸਭ ਆਉਣ ਵਾਲੇ ਦਿਨਾਂ ਦੇ ਵਿੱਚ ਬੇਰੁਜ਼ਗਾਰ। 4,000 ਕਰੋੜ ਰੁਪਏ ਦਾ ਲਾਸ ਹੋਇਆ ਸਟੇਟ ਨੂੰ ਪਰ ਈਅਰ। ਮਾਰਕੀਟ ਕਮੇਟੀ ਫੀਸ, RDF ਰੂਰਲ ਡਿਵੈਲਪਮੈਂਟ ਫੰਡ, ਜਿਹਦੇ ਜਰੀਏ ਤਕਰੀਬਨ 9,000 ਪਿੰਡਾਂ ਦੀਆਂ ਲਿੰਕ ਸੜਕਾਂ ਇਸੇ ਫੰਡ 'ਚੋਂ ਬਣਦੀਆਂ ਨੇ, ਉਹ ਖਤਮ ਹੋ ਗਿਆ। ਸਭ ਤੋਂ ਵੱਡੀ ਜਿਹੜੀ ਨੁਕਸਾਨਦਾਇਕ ਗੱਲ ਹੈਗੀ ਆ, ਜਿਹਦੇ ਕਰਕੇ ਅਸੀਂ ਵਿਰੋਧ ਤੇ ਤੁਰੇ ਹਾਂ, ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਤੁਰੇ ਹਾਂ, ਉਹ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਸਾਲ 2 ਸਾਲਾਂ ਦੇ ਵਿੱਚ ਕਿਸਾਨ ਦੀ ਹਾਲਤ ਕੈਸੀ ਹੋਣੀ ਆ। MSP ਦਾ ਰੌਲਾ ਪਾ ਕੇ ਸੁਖਬੀਰ ਬਾਦਲ ਵਰਗੇ ਲੋਕ ਇੱਕ ਭੰਬਲ ਭੂਸਾ ਖੜਾ ਕਰ ਰਹੇ ਆ। MSP ਦੋਸਤੋ ਕੀ ਹੈ? ਜਿਵੇਂ ਸੁਖਬੀਰ ਬਾਦਲ ਸਾਹਿਬ ਕਹਿ ਰਹੇ ਆ ਕਿ MSP ਨਹੀਂ ਖਤਮ ਹੋਣ ਦਿੰਦੇ। ਹੁਣ ਮੈਂ ਤੁਹਾਨੂੰ ਪਹਿਲਾਂ ਬਰੀਫ MSP ਦੇ ਬਾਰੇ ਦੱਸ ਦਿੰਦਾ। ਇਸ ਯਾਤਰਾ ਦੇ ਦੌਰਾਨ ਨਵਾਂ ਸ਼ਹਿਰ ਤੇ ਬੰਗਾ ਮੰਡੀ ਮੈਂ ਤੁਹਾਡੇ ਵਰਗੇ ਪੱਤਰਕਾਰ ਦੋਸਤਾਂ ਨੂੰ ਨਾਲ ਲੈ ਕੇ ਗਿਆ, ਕਿਉਂਕਿ ਦੁਆਬੇ ਦੇ ਵਿੱਚ ਮੱਕੀ ਦੀ ਭਰਪੂਰ ਫਸਲ ਹੋਈ ਹੈ। ਮੈਂ ਤੁਹਾਡੇ ਵਰਗੇ ਪੱਤਰਕਾਰ ਦੋਸਤਾਂ ਨੂੰ ਨਾਲ ਲੈ ਗਿਆ। ਮੱਕੀ ਦਾ MSP ਹੈਗਾ 1,850 ਰੁਪਏ ਪ੍ਰਤੀ ਕੁਇੰਟਲ। ਤੁਸੀਂ ਲੋਕਾਂ ਨੇ, ਪੱਤਰਕਾਰ ਦੋਸਤਾਂ ਨੇ ਸਵਾਲ ਕੀਤਾ ਕਿਸਾਨਾਂ ਨੂੰ ਵੀ ਮੱਕੀ ਕੀ ਭਾਅ ਵੇਚੀ ਹੈ। ਕਿਸੇ ਨੇ ਕਿਹਾ 650 ਰੁਪਈਆ, ਕਿਸੇ ਨੇ 750, ਕਿਸੇ ਨੇ 800 ਰੁਪਈਆ। ਮਤਲਬ ਕਿ 650 ਤੋਂ ਲੈ ਕੇ 850 ਤੱਕ MSP ਹੈਗੀ ਹੈ 1,850। 1,000 ਤੋਂ ਲੈ ਕੇ 1,200 ਰੁਪਏ ਤੱਕ ਕਿਸਾਨ ਦੀ ਜੇਬ। ਕੋਈ ਸਰਕਾਰੀ ਖਰੀਦ ਏਜੰਸੀ ਮੱਕੀ ਖਰੀਦਣ ਵਾਸਤੇ ਨਹੀਂ ਆਈ। ਕਿਸਾਨ ਦੀ ਮਜਬੂਰੀ ਉਹ ਪ੍ਰਾਈਵੇਟ ਵਪਾਰੀਆਂ ਨੂੰ
ਇਹ ਕਹਾਂਗੇ ਤੂੜੀ ਦੇ ਭਾਅ ਦੇ ਉੱਤੇ ਮੱਕੀ ਵੇਚ ਕੇ ਰੋ ਰਹੇ ਸੀ ਕਿਸਾਨ, ਲਿਟਰਲੀ ਰੋ ਰਹੇ ਸੀਗੇ, ਉਹਨਾਂ ਕੋਲ ਗੱਚ ਭਰੇ ਸੀ, ਗੱਲ ਨਹੀਂ ਸੀ ਹੋ ਰਹੀ ਮੀਡੀਆ ਦੇ ਨਾਲ। ਆਉਣ ਵਾਲੇ ਸਾਲ 2 ਸਾਲਾਂ ਦੇ ਵਿੱਚ ਦੋਸਤੋ ਜਿਹੜਾ ਆਰਡੀਨੈਂਸ ਹੈਗਾ ਖੇਤੀ ਸੁਧਾਰਾਂ ਦੇ ਨਾਂ ਤੇ ਕੋਈ ਖਰੀਦ ਏਜੰਸੀ ਨਹੀਂ ਆਏਗੀ। ਮੈਂ ਸੁਖਬੀਰ ਬਾਦਲ ਜਿਹੜਾ ਕਹਿ ਰਿਹਾ ਕਿ MSP ਨਹੀਂ ਟੁੱਟੇਗੀ, ਮੈਂ ਸਹਿਮਤ ਹਾਂ। MSP ਨਹੀਂ ਟੁੱਟੇਗੀ, ਕਣਕ ਦੀ ਨਹੀਂ ਟੁੱਟੇਗੀ, ਚਾਵਲ ਦੀ ਨਹੀਂ ਟੁੱਟੇਗੀ, ਕਪਾਹ ਦੀ ਨਹੀਂ ਟੁੱਟੇਗੀ, ਪਰ ਕੋਈ ਸਰਕਾਰੀ ਖਰੀਦ ਏਜੰਸੀ ਇਹ ਪੰਜਾਬ ਦੀਆਂ 3 ਪ੍ਰਮੁੱਖ ਫਸਲਾਂ ਨਹੀਂ ਖਰੀਦਣ ਆਏਗੀ। ਕਿਸਾਨ ਦੀ ਮਜਬੂਰੀ ਹੈ। ਅਡਾਨੀ ਵਰਗੇ ਕਾਰਪੋਰੇਟ ਜਿਨ੍ਹਾਂ ਨੇ ਡਗਰੂ ਦੇ ਵਿੱਚ, ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਡਗਰੂ 2500 ਏਕੜ ਦੇ ਵਿੱਚ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਕੀਤਾ, ਰੇਲਵੇ ਲਾਈਨ ਜਾਂਦੀ ਅੰਦਰ ਤੱਕ, ਉਹ ਤਿਆਰ ਬੈਠਿਆ ਕਿਸਾਨ ਨੂੰ ਲੁੱਟਣ ਵਾਸਤੇ। ਉਹ ਅੱਧੇ ਪੌਣੇ ਭਾਅ ਦੇ ਉੱਤੇ ਕਣਕ ਤੇ ਚਾਵਲ ਤੇ ਨਰਮਾ ਕਪਾਹ ਖਰੀਦਣਗੇ, 2-2 3-3 ਸਾਲ ਨਹੀਂ ਪੈਸੇ ਦੇਣਗੇ। ਜਿਹੜੇ ਲੋਕ ਕਹਿੰਦੇ ਆ ਕਿ ਪੈਸੇ ਦੇਣਗੇ ਕਾਰਪੋਰੇਟ ਦੇਣਗੇ ਸਮੇਂ ਸਿਰ, ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਗੰਨਾ ਮਿਲ ਮਾਲਕ ਬਨਾਮ ਅਡਾਨੀ, ਜ਼ਮੀਨ ਅਸਮਾਨ ਦਾ ਫਰਕ ਹੈ। ਛੋਟੀਆਂ ਮੱਛੀਆਂ ਇਹਨਾਂ ਦੇ ਕੋਲੇ ਕਿਸਾਨਾਂ ਦੀ ਪੇਮੈਂਟ ਕਰਾ ਕੇ ਦਿਖਾ ਦਿਓ, 2-2 3-3 ਸਾਲ ਤੋਂ ਲਟਕ ਰਹੀ ਆ ਪੇਮੈਂਟ। ਕਾਰਪੋਰੇਟ ਅਡਾਨੀ ਵਰਗਿਆਂ ਤੋਂ ਪੇਮੈਂਟ ਸੁਪਨਾ ਲੈਣਾ ਵੀ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ। ਹੋਣਾ ਕੀ ਹੈ, ਪੰਜਾਬ ਦਾ ਛੋਟਾ ਤੇ ਮੱਧ ਵਰਗੀ ਕਿਸਾਨ ਜਿਹੜਾ 75 ਤੋਂ 80% ਹੈ, ਉਹਦੀ ਜ਼ਮੀਨ ਬੈਂਕਾਂ ਦੇ ਕੋਲੇ ਗਿਰਵੀ ਪਈ ਹੈ। ਜਦੋਂ 2-3 ਸਾਲ ਮੁੱਖ ਫਸਲ ਦੇ ਪੈਸੇ ਨਾ ਮਿਲੇ ਤੇ ਫਿਰ ਬੈਂਕਾਂ ਨੇ ਆਉਣਾ ਕੁਰਕੀਆਂ ਕਰਨ ਵਾਸਤੇ, ਤੇ ਗਾਂਠ ਸਾਂਠ ਹੈਗੀ ਆ ਕਾਰਪੋਰੇਟ ਦੀ ਬੈਂਕਾਂ ਦੇ ਨਾਲ, ਅਡਾਨੀ ਵਰਗਿਆਂ ਦੀ ਗਾਂਠ ਸਾਂਠ ਹੈਗੀ ਆ ਬੈਂਕਾਂ ਦੇ ਨਾਲ। ਫਿਰ ਕੁਰਕੀਆਂ ਦੇ ਜ਼ਰੀਏ ਕੌਡੀਆਂ ਦੇ ਭਾਅ ਛੋਟੇ ਤੇ ਮੱਧ ਵਰਗੀ ਜਿਹੜੇ 80% ਪੰਜਾਬ ਦੇ ਵਿੱਚ ਕਿਸਾਨ ਉਹਨਾਂ ਦੀ ਜ਼ਮੀਨ ਖਰੀਦੀ ਜਾਏਗੀ, ਤੇ ਫਿਰ ਪੰਜਾਬ ਦਾ ਇਹ ਕਿਸਾਨ ਅਡਾਨੀਆਂ ਦਾ ਖੇਤ ਮਜ਼ਦੂਰ ਬਣੇਗਾ। ਤੇ ਜ਼ਿਆਦਾ ਸਮਾਂ ਨਹੀਂ ਲੱਗਣਾ, ਇਹ 8-10 ਸਾਲ ਦੀ ਖੇਡ ਹੈਗੀ ਆ ਸਾਰੀ। ਇੱਕ ਪੰਜਾਬੀ ਦਾ ਨਾਵਲ ਆਇਆ ਸੀ, ਤੂਤਾਂ ਵਾਲਾ ਖੂਹ, ਮੇਰੇ ਹਮੋਰ ਬੈਠਿਆ ਦੋਸਤ, ਪੜਿਆ ਹੋਏਗਾ ਸਾਰਿਆਂ ਨੇ। ਇੱਕ ਸ਼ਾਹੂਕਾਰ ਕਿਵੇਂ ਕਿਸਾਨ ਦੀ ਜ਼ਮੀਨ ਹੜੱਪਣ ਵਾਸਤੇ, ਕਿਉਂਕਿ ਉਪਜਾਊ ਭੂਮੀ ਆ ਪੰਜਾਬ ਦੀ, ਜਿੱਥੇ ਦੇਸ਼ ਦਾ ਨਹੀਂ ਪੂਰੀ ਦੁਨੀਆ ਦਾ ਬਿਹਤਰੀਨ ਬਾਸਮਤੀ ਪੰਜਾਬ ਦੇ ਵਾਤਾਵਰਣ ਤੇ ਧਰਤੀ ਦੇ ਵਿੱਚ ਪੈਦਾ ਹੁੰਦਾ। ਅੱਜ ਇਸ ਉਪਜਾਊ ਭੂਮੀ ਨੂੰ ਹਥਿਆਉਣ ਵਾਸਤੇ ਜਿਹੜਾ ਡੈਥ ਵਾਰੰਟ ਪੰਜਾਬੀਆਂ ਦਾ ਬਣਿਆ ਕਾਲਾ ਕਾਨੂੰਨ ਖੇਤੀ ਸੁਧਾਰ ਆਰਡੀਨੈਂਸ ਲੈ ਕੇ ਆਏ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਹਾਂ, ਕੈਪਟਨ ਸਾਹਿਬ, ਇਹ ਆਰਡੀਨੈਂਸ ਨੇ ਇਕੱਲਾ ਖੇਤੀ ਨੂੰ ਤਬਾਹ ਨਹੀਂ ਕਰਨਾ। ਬਹੁਤ ਸਾਰੇ ਕਾਰੋਬਾਰੀ ਲੋਕ, ਮੈਂ ਲੁਧਿਆਣੇ ਤੋਂ ਹਾਂ, ਖੁਦ ਇੰਡਸਟਰੀਲਿਸਟ ਹਾਂ, ਕਿਸਾਨ ਦਾ ਬੇਟਾ ਪਰ ਇੰਡਸਟਰੀ ਚਲਾਉਣਾ। ਬਹੁਤ ਸਾਰੇ ਇੰਡਸਟਰੀਲਿਸਟ ਤੇ ਵਪਾਰੀ ਲੋਕ ਕਹਿੰਦੇ ਆ ਸਾਡੀ ਆਵਾਜ਼ ਨਹੀਂ ਚੱਕਦੇ। ਮੈਂ ਵਪਾਰੀਆਂ ਨੂੰ, ਕਾਰੋਬਾਰੀਆਂ ਨੂੰ, ਇੰਡਸਟਰੀਲਿਸਟਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਖੇਤੀ ਪ੍ਰਧਾਨ ਸੂਬਾ ਹੈ। ਤਕਰੀਬਨ 80% ਲੋਕ ਸਿੱਧੇ ਤਰੀਕੇ ਦੇ ਨਾਲ ਖੇਤੀ ਨਾਲ ਜੁੜੇ ਹੋਏ ਆ। ਜੇ ਕਿਸਾਨ ਦੀ ਜੇਬ ਦੇ ਵਿੱਚ ਕੈਸ਼ ਹੈ, ਫਿਰ ਸਾਈਕਲ, ਸਕੂਟਰ, ਮੋਟਰਸਾਈਕਲ, ਕਾਰਾਂ, ਸੋਨਾ, ਕੱਪੜਾ ਤਾਂ ਹੀ ਵਿਕਣਾ। ਜੇ ਕਿਸਾਨ ਕੋਲੇ ਕੈਸ਼ ਨਹੀਂ, ਜੇ ਕਿਸਾਨ ਗਿਆ ਤੇ ਸਮਝ ਲਓ ਵਪਾਰ ਗਿਆ, ਧੁਰਾ ਹੈਗਾ ਖੇਤੀਬਾੜੀ। ਸਾਡੇ ਪੰਜਾਬ ਦਾ ਜੇ ਧੁਰਾ ਟੁੱਟ ਜਾਵੇ ਕਿਸੇ ਗੱਡੀ ਦਾ, ਤੇ ਦੋਸਤੋ ਗੱਡੀ ਕਦੇ ਚੱਲ ਨਹੀਂ ਸਕਦੀ। ਇਸ ਕਰਕੇ ਅਸੀਂ ਇਸ ਕਾਲੇ ਕਾਨੂੰਨ ਦੇ ਬਰਖਲਾਫ, ਖੇਤੀ ਸੁਧਾਰ ਆਰਡੀਨੈਂਸ ਦੇ ਬਰਖਲਾਫ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਪੱਤਰ ਇੱਕ ਮੈਮੋਰੰਡਮ ਦੇ ਰੂਪ 'ਚ ਦੇਣ ਚੱਲਿਆ ਕਿ ਤੁਰੰਤ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਾਲ ਕਰੋ। ਤੁਸੀਂ ਵਿਰੋਧ ਦੇ ਵਿੱਚ ਨਹੀਂ, ਜਨ ਅੰਦੋਲਨ ਇਹ ਵਿਰੋਧੀ ਪਾਰਟੀਆਂ ਕਰਦੀਆਂ, ਤੁਸੀਂ ਵਿਰੋਧ 'ਚ ਨਹੀਂ, ਤੁਸੀਂ ਸਰਕਾਰ ਦੇ ਵਿੱਚ ਹੋ। ਲੋਕਾਂ ਨੇ ਤੁਹਾਨੂੰ ਤਾਕਤ ਦਿੱਤੀ ਹੈ, ਸੁਨਹਿਰਾ ਸਪਸ਼ਟ ਬਹੁਮਤ ਤੁਹਾਡੀ ਪਾਰਟੀ ਨੂੰ ਦਿੱਤਾ। ਤੁਰੰਤ ਸੈਸ਼ਨ ਕਾਲ ਕਰਕੇ ਇਸ ਕਾਲੇ ਆਰਡੀਨੈਂਸ ਦਾ ਭੋਗ ਪਾ ਦਿਓ, ਉਹਨੂੰ ਰੱਦ ਕਰ ਦਿਓ, ਫਿਰ ਤੁਸੀਂ ਜਨ ਅੰਦੋਲਨ ਕਰੋ। ਅਸੀਂ ਵੀ ਸਮਝਾਂਗੇ ਕਿ ਤੁਹਾਡੇ ਅੰਦਰ ਬੜੀ ਇਮਾਨਦਾਰੀ ਹੈਗੀ, ਅਸੀਂ ਵੀ ਤੁਹਾਡੇ ਅੰਦੋਲਨਾਂ ਨੂੰ ਸਪੋਰਟ ਕਰ ਦਿਆਂਗੇ। ਸਾਨੂੰ ਵੀ ਕਹੋਗੇ ਕਿ ਤੁਸੀਂ ਮੋਦੀ ਕੋਲੇ ਜਾਣਾ, ਅਸੀਂ ਵੀ ਤੁਹਾਡੇ ਪਿਛਲੀ ਕਤਾਰ ਦੇ ਵਿੱਚ ਖੜ ਕੇ ਮੋਦੀ ਸਾਹਿਬ ਕੋਲੇ ਪੱਲਾ ਅੱਡ ਕੇ ਚੱਲਾਂਗੇ। ਔਰ ਮੈਂ ਸਾਰੇ ਪੰਜਾਬ ਦੀ ਯਾਤਰਾ ਕਰੂਗੀ ਲੋਕ ਇਨਸਾਫ ਪਾਰਟੀ, ਸਾਡਾ ਪਹਿਲਾ ਫੇਸ ਹੈਗਾ। ਅਸੀਂ ਕਿਸਾਨਾਂ ਨੂੰ ਲਾਮਬੰਦ ਕਰਾਂਗੇ, ਕਵਾਂਗੇ ਰੇਲਾਂ ਦੇ ਟਰੈਕਾਂ ਤੇ ਬੈਠ ਜਾਓ, ਸੜਕਾਂ ਜਾਮ ਕਰ ਦਿਓ, ਰੇਲਾਂ ਦੇ ਟਰੈਕ ਜਾਮ ਕਰ ਦਿਓ। ਇਹ ਸਮਝ ਲਓ ਕਿ ਜੇ ਇਹ ਕਾਨੂੰਨ ਲਾਗੂ ਹੋ ਗਿਆ ਤੇ ਫਿਰ ਅਡਾਨੀਆਂ ਦੇ ਖੇਤ ਮਜ਼ਦੂਰ ਬਣਨ ਲਈ ਦੋਸਤੋ ਤਿਆਰ ਹੋ ਜਾਓ, ਪੰਜਾਬ ਦਾ ਕਿਸਾਨ ਨਹੀਂ ਬਚ ਸਕੇਗਾ। ਬਹੁਤ ਬਹੁਤ ਧੰਨਵਾਦ। ਅਸੀਂ ਇਹ ਮੈਮੋਰੰਡਮ ਦੇਣ ਜਾਣਾ। ਮੇਰੀ ਗੁਜ਼ਾਰਿਸ਼ ਹੈ ਸਾਰੇ ਦੋਸਤ ਤੁਸੀਂ ਨਾਲ ਵੀ ਚੱਲਿਓ, ਤਾਂ ਜੋ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦਾ ਦਫ਼ਤਰੀ ਸਟਾਫ ਸਾਨੂੰ ਕੀ ਕਹਿੰਦਾ, ਕੀ ਰਿਪਲਾਈ ਦਿੰਦਾ, ਉਹ ਰਿਕਾਰਡ ਤੇ ਆ ਜਾਵੇ। ਮੈਂ ਸਭ ਅਕਾਲੀ ਬੀਜੇਪੀ ਕਹਿ ਰਹੇ ਨੇ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈਗਾ। ਮੈਂ ਇਹ ਗੱਲ ਦਾ ਪਹਿਲਾਂ ਵਿਆਖਿਆ ਕਰਕੇ ਹਟਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਪਾਰਟੀ ਦੇ ਪ੍ਰਧਾਨ ਹੈਗੇ ਆ ਜਿਹੜੀ ਪਾਰਟੀ ਦੇਸ਼ ਦੇ ਅੰਦਰ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਲੰਬੜਦਾਰ ਪਾਰਟੀ ਰਹੀ ਹੈ। ਪ੍ਰਾਈਵੇਟ ਲਿਮਟਿਡ ਕੰਪਨੀ ਬਣਨ ਤੋਂ ਪਹਿਲਾਂ, ਸੁਖਬੀਰ ਬਾਦਲ ਪਰਿਵਾਰ ਦੀ ਪਕੜ ਤੋਂ ਪਹਿਲਾਂ ਦੇਸ਼ ਦੇ ਅੰਦਰ ਵੱਧ ਅਧਿਕਾਰਾਂ ਦੀ ਜੇ ਆਵਾਜ਼ ਉਠਾਉਂਦਾ ਸੀ ਤਾਂ ਅਕਾਲੀ ਦਲ।
ਦੇਸ਼ ਦੀਆਂ ਬਾਕੀ ਸਟੇਟ ਪਾਰਟੀਆਂ ਅਕਾਲੀ ਦਲ ਦੇ ਮਗਰ ਲੱਗਦੀਆਂ ਸੀ। ਅੱਜ ਉਸੇ ਅਕਾਲੀ ਦਲ ਦਾ ਪ੍ਰਾਈਵੇਟ ਲਿਮਟਿਡ ਫਰਮ ਬਣਾਈ ਫਿਰਦਾ ਪ੍ਰਧਾਨ ਆਪਣੀ ਧਰਮ ਪਤਨੀ ਦੀ ਵਜ਼ਾਰਤ ਬਚਾਉਣ ਵਾਸਤੇ ਇਸ ਰਾਜਾਂ ਦੇ ਅਧਿਕਾਰਾਂ ਤੇ ਡਾਕਾ ਮਾਰਦੇ ਆਰਡੀਨੈਂਸ ਦਾ ਸਮਰਥਨ ਕਰ ਰਿਹਾ। ਐਮਐਸਪੀ ਦਾ ਰੌਲਾ ਪਾ ਰਿਹਾ। ਐਮਐਸਪੀ ਕੀ ਹੈਗੀ ਆ? ਕੁਝ ਵੀ ਨਹੀਂ। ਸਰਕਾਰ ਕਰੇਗੀ ਐਮਐਸਪੀ ਤੈਅ, ਕਣਕ ਦੀ ਵੀ ਕਰੇਗੀ, ਚਾਵਲ ਦੀ ਵੀ ਕਰੇਗੀ, ਨਰਮੇ ਦੀ ਵੀ ਕਰੇਗੀ, ਪਰ ਕੋਈ ਖਰੀਦ ਏਜੰਸੀ ਖਰੀਦਣ ਨਹੀਂ ਆਏਗੀ। ਕਿਸਾਨ ਦੀ ਮਜਬੂਰੀ ਹੋਏਗੀ ਕਿ ਉਹ ਅਡਾਨੀ ਵਰਗੇ ਕਾਰਪੋਰੇਟਰਾਂ ਨੂੰ ਅੱਧੇ ਪੌਣੇ ਭਾਵਾਂ ਤੇ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਏਗਾ ਹੀ ਹੋਏਗਾ। ਇਹ ਭੰਬਲ ਭੂਸਾ ਖੜਾ ਕਰ ਰਿਹਾ ਸੁਖਬੀਰ ਸਿੰਘ ਬਾਦਲ। ਤੁਹਾਡੇ ਮੀਡੀਆ ਦੇ ਸਨਮੁਖ ਕਿਤੇ ਡਿਬੇਟ ਰੱਖ ਲਓ, ਜੇ ਸਾਡੇ ਤੱਥ ਝੂਠ ਹੋਣ ਤੇ ਮੈਂ ਹੱਥ ਜੋੜ ਕੇ ਮਾਫੀ ਮੰਗ ਲਵਾਂਗਾ। ਸਾਨੂੰ ਬੁਲਾਇਆ ਆਲ ਪਾਰਟੀ ਮੀਟਿੰਗਸ, ਤੁਹਾਨੂੰ ਨਹੀਂ ਸਮਝਿਆ। ਅਫਸੋਸ ਹੈ ਇਸ ਗੱਲ ਦਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਾਤੀ ਤੌਰ ਤੇ ਐਡੀ ਕਿਹੜ, ਐਡੀ ਜ਼ਹਿਰ ਨਹੀਂ ਰੱਖਣੀ ਚਾਹੀਦੀ ਲੋਕ ਇਨਸਾਫ ਪਾਰਟੀ ਦੇ ਪ੍ਰਤੀ। ਉਹ ਪਾਰਟੀਆਂ ਜਿਨ੍ਹਾਂ ਨੇ ਅੱਜ ਤੱਕ ਕੋਈ ਇੱਕ ਐਮਐਲਏ ਵੀ ਚੁਣ ਕੇ ਵਿਧਾਨ ਸਭਾ ਦੇ ਵਿੱਚ ਨਹੀਂ ਭੇਜਿਆ, ਉਹ ਆਲ ਪਾਰਟੀ ਮੀਟ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਚਾਹੇ ਉਹ ਪਾਣੀਆਂ ਦੇ ਉੱਤੇ ਆਲ ਪਾਰਟੀ ਮੀਟ ਹੋਵੇ, ਕਿਉਂਕਿ ਇੱਥੇ ਜਾਣਕਾਰੀ ਹੈ, ਇੱਥੇ ਸੱਚਾਈ ਹੈ। ਸੱਚਾਈ ਤੋਂ ਡਰਦੇ ਹੋਏ ਆਲ ਪਾਰਟੀ ਮੀਟ ਦੇ ਵਿੱਚੋਂ ਲੋਕ ਇਨਸਾਫ ਪਾਰਟੀ ਨੂੰ ਸਾਫ਼ ਕਰਨਾ। ਜਿਹੜੀ ਗੱਲ ਜਦੋਂ ਆਲ ਪਾਰਟੀ ਮੀਟ ਪਾਣੀਆਂ ਦੇ ਵਿਸ਼ੇ ਤੇ ਹੋਈ, ਜਿਹੜੀ ਗੱਲ ਮੈਂ ਬਾਹਰ ਧਰਨਾ ਲਾ ਕੇ ਕਹੀ ਕਿ ਇਹ ਜਿਹੜਾ ਟ੍ਰਿਬਿਊਨਲ ਦੀ ਸਰਬਸੰਮਤੀ ਨਾਲ ਪਾਸ ਕਰਾਇਆ ਕੈਪਟਨ ਅਮਰਿੰਦਰ ਸਿੰਘ ਨੇ, ਇਹ ਪੰਜਾਬ ਦੇ ਹੱਥ ਵੱਢ ਕੇ ਕੇਂਦਰ ਨੂੰ ਦਿੱਤੇ ਆ। ਜਿਹੜਾ ਰਹਿੰਦਾ ਖੁੰਦਾ ਪਾਣੀ ਆ, ਕੇਂਦਰ ਉਹ ਵੀ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਦੇ ਦੇਵੇ। ਮੇਰੀ ਇਸ ਗੱਲ ਦੀ ਬੁੱਧੀਜੀਵੀ ਆਰਟੀਕਲ ਲਿਖਣ ਵਾਲੇ ਪ੍ਰਿੰਟ ਮੀਡੀਆ ਅਖਬਾਰਾਂ ਦੇ ਵਿੱਚ ਲੋਕਾਂ ਨੇ ਦੂਸਰੇ ਦਿਨ ਆਰਟੀਕਲਾਂ ਦੇ ਰੂਪ ਦੇ ਵਿੱਚ ਲਿਖ ਕੇ ਕਿਹਾ ਕਿ ਜਿਹੜਾ ਟ੍ਰਿਬਿਊਨਲ ਦਾ ਸਰਬਸੰਮਤੀ ਨਾਲ ਫੈਸਲਾ ਕਰਕੇ ਕੈਪਟਨ ਨੇ ਕੇਂਦਰ ਨੂੰ ਭੇਜਿਆ, ਇਹ ਸਰਾਸਰ ਪੰਜਾਬ ਦੇ ਵਰਖਲਾਫ ਆ। ਇਹੀ ਕਾਰਨ ਹੈ ਕੈਪਟਨ ਅਮਰਿੰਦਰ ਸਿੰਘ ਸੱਚਾਈ ਦਾ ਸਾਹਮਣਾ ਨਹੀਂ ਕਰਦੇ। ਉਹਨਾਂ ਨੂੰ ਜਾਤੀ ਤੌਰ ਤੇ ਖੁੰਦਕ ਹੈਗੀ ਆ। ਜਿਹੜਾ ਸਿਟੀ ਸੈਂਟਰ ਕੇਸ ਸੈਸ਼ਨ ਕੋਰਟ ਲੁਧਿਆਣਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਦੇ ਕਹੇ ਤੇ ਬੰਦ ਕੀਤਾ, ਅਸੀਂ ਉਹਨੂੰ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਕਿ ਕੈਪਟਨ ਸਾਹਿਬ ਜਦੋਂ ਵਿਰੋਧ ਦੇ ਵਿੱਚ ਸੀ FIR ਦਰਜ ਹੋਇਆ, 42.5 ਕਿਲੋ ਦਾ ਚਲਾਨ ਗਿਆ, ਕੈਪਟਨ ਸਾਹਿਬ ਮੁੱਖ ਮੰਤਰੀ ਬਣ ਜਾਣ ਤੇ ਉਹ ਬਿਨਾਂ ਟਰਾਇਲ ਫੇਸ ਕੀਤਿਆਂ, ਬਿਨਾਂ ਕੇਸ ਭੁਗਤਿਆਂ ਇੱਕ ਸ਼ਾਰਟਕਟ ਲੈਂਦੇ ਹੋਏ ਕਲੋਜ਼ਰ ਰਿਪੋਰਟ ਦੇ ਦੇਣ। ਉਹ ਟਰਾਇਲ ਫੇਸ ਕਰਨ ਅਦਾਲਤ ਦੇ ਵਿੱਚ, ਮਾਨਯੋਗ ਅਦਾਲਤ ਉਹਨਾਂ ਨੂੰ ਬਰੀ ਕਰੇ, ਸਾਨੂੰ ਕੀ ਇਤਰਾਜ਼ ਹੋ ਸਕਦਾ? ਪਰ ਕੋਈ ਪਾਵਰ ਦੇ ਵਿੱਚ ਆ ਕੇ ਅਦਾਲਤ ਨੂੰ ਬਾਈਪਾਸ ਕਰਕੇ ਸ਼ਾਰਟਕਟ ਲਵੇ, ਲੋਕ ਇਨਸਾਫ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੂਗੀ। ਇਸ ਕਰਕੇ ਅਸੀਂ ਸੁਪਰੀਮ ਕੋਰਟ ਗਏ ਹਾਂ ਉਸ ਮੁੱਦੇ ਦੇ ਉੱਤੇ। ਸਰ, ਕੈਪਟਨ ਸਾਹਿਬ ਨੇ ਵਿਨੀ ਮਹਾਜਨ ਨੂੰ ਚੀਫ ਸੈਕਟਰੀ ਲਾ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਜਿਹੜਾ ਲਿਕਰ ਮਾਫੀਆ ਇਲਜ਼ਾਮ ਲੱਗੇ ਕਰਨ ਅਵਤਾਰ ਸਿੰਘ ਹੋਰਾਂ ਤੇ 650 ਕਰੋੜ ਰੁਪਈਆ ਮਿੱਟੀ ਪੈ ਗਈ। ਬਹੁਤ ਸਾਰੇ ਕਾਂਗਰਸ ਤੇ ਕੈਬਨਿਟ ਵਜ਼ੀਰਾਂ ਨੇ ਮੰਗ ਕੀਤੀ ਕਿ ਵਾਈਟ ਪੇਪਰ ਜਾਰੀ ਕਰੋ। ਇਹ 650 ਕਰੋੜ ਰੁਪਏ ਦਾ ਘਾਟਾ ਪਿਆ ਕਿਵੇਂ ਆ? ਉਹ ਘਾਟਾ ਪੈਣ ਦਾ ਸਿੱਧਾ ਕਾਰਨ ਹੈਗਾ ਪੰਜਾਬ ਦੇ ਵਿੱਚ 2 ਨੰਬਰ ਦੀ ਦਾਰੂ। 2 ਨੰਬਰ ਦੀ ਦਾਰੂ ਹੋਰ ਕਿਤੇ ਨਹੀਂ ਬਣਦੀ, ਚੰਡੀਗੜ੍ਹ ਤੋਂ ਨਹੀਂ ਜਾਂਦੀ, ਹਰਿਆਣਾ ਹਿਮਾਚਲ ਤੋਂ ਨਹੀਂ ਜਾਂਦੀ, ਇਹ ਰੌਲਾ ਹੀ ਆ। ਇਹ ਜਿਹੜੀਆਂ ਫੈਕਟਰੀਆਂ ਵਾਈਨ ਹੈਗੀਆਂ ਨੇ, ਵਾਈਨ ਫੈਕਟਰੀਆਂ, ਇਹਦੇ ਉੱਤੇ ਕਾਬਜ਼ ਅਕਾਲੀ ਤੇ ਕਾਂਗਰਸੀ ਨੇ। ਇੱਕ ਗੱਡੀ ਦਾ ਬਿੱਲ ਕੱਟਦੇ ਆ ਸਵੇਰੇ ਤੇ 99 ਗੱਡੀਆਂ ਬਿਨਾਂ ਅਕਸਾਈ ਤੋਂ ਉਸੇ ਬਿੱਲ ਦੇ ਉੱਤੇ ਫਿਰ ਉਹਨੂੰ ਕਹਿੰਦੇ ਆ 2 ਨੰਬਰ ਦੀ ਦਾਰੂ ਹੈਗੀ ਆ। ਉਹ ਚੀਫ ਸੈਕਟਰੀ ਜਿਹਦੇ ਉੱਤੇ ਵੱਡੇ ਦੋਸ਼ ਲੱਗੇ, ਅਸੀਂ ਨਹੀਂ ਲਾਏ, ਵਿਰੋਧੀਆਂ ਨੇ ਨਹੀਂ ਲਾਏ, ਕਾਂਗਰਸ ਦੇ ਕੈਬਨਿਟ ਮੰਤਰੀਆਂ ਤੇ MLA ਨੇ ਲਾਏ, ਸੀਨੀਅਰ ਲੀਡਰਾਂ ਨੇ ਲਾਏ, ਉਹਦੇ ਉੱਤੇ ਕੋਈ ਵਾਈਟ ਪੇਪਰ ਨਹੀਂ ਜਾਰੀ ਕੀਤਾ। ਲਿਪਾਪੋਚੀ ਕਰਨ ਵਾਸਤੇ ਬਦਲੀ ਕਰਕੇ ਵਿਨੀ ਮਹਾਜਨ ਨੂੰ ਲੈ ਆਂਦਾ ਐਜ਼ ਏ ਚੀਫ ਸੈਕਟਰੀ। ਪਹਿਲਾਂ ਕਰਨ ਅਵਤਾਰ ਦੇ ਉੱਤੇ ਜਿਹੜੇ ਦੋਸ਼ ਲੱਗੇ ਆ, ਉਹਨਾਂ ਦੋਸ਼ਾਂ ਸੰਬੰਧੀ ਜਾਂ ਤਾਂ ਉਹਨਾਂ ਨੂੰ ਕਲੀਨ ਚਿੱਟ ਦੇਣ ਕਰਨ ਅਵਤਾਰ ਨੂੰ, ਜਾਂ ਵਾਈਟ ਪੇਪਰ ਜਾਰੀ ਕਰਨ ਵੀ ਸਟੇਟ ਦਾ 650 ਕਰੋੜ ਰੁਪਈਆ ਲਿਕਰ ਮਾਫੀਆ ਨੇ। ਕਿਹੜੇ ਲੋਕ ਸ਼ਾਮਲ ਹੈਗਾ ਲਿਕਰ ਮਾਫੀਆ ਦੇ ਵਿੱਚ ਜਿਨ੍ਹਾਂ ਨੇ 650 ਕਰੋੜ ਰੁਪਈਆ ਡਕਾਰ ਕੀਤਾ? ਕਰਨ ਅਵਤਾਰ ਸਿੰਘ ਵੱਲੋਂ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਮਾਫੀ ਮੰਗ ਲਈ ਹੈ। ਤੇ ਸੁਣੋ ਮੇਰੀ ਗੱਲ, ਇਹਦਾ ਮਤਲਬ ਇਹ ਹੋ ਗਿਆ ਜਿਹੜੇ ਕੈਬਨਿਟ ਵਜ਼ੀਰ ਜਾਂ MLA ਕਰਨ ਅਵਤਾਰ ਦੇ ਬੇਟੇ ਨੂੰ ਕਿੰਗ ਪਿਨ ਦੱਸਦੇ ਸੀ ਲਿਕਰ ਮਾਫੀਆ ਦਾ, ਸੈਟਿੰਗ ਹੋ ਗਈ ਉਹਨਾਂ ਦੀ। ਜਿਹੜੀ ਡੀਲ ਦੇ ਵਿੱਚ ਕੋਈ ਕਮੀ ਪੇਸ਼ੀ ਸੀਗੀ, ਪਲੱਸ ਮਾਈਨਸ ਸੀਗਾ, ਉਹ ਬਰਾਬਰ ਹੋ ਗਿਆ। ਕੱਲਾ ਸੌਰੀ ਮੰਗ ਕੇ 650 ਕਰੋੜ ਰੁਪਈਆ ਨਾ ਕਿਸੇ ਮਿਨਿਸਟਰ ਤੇ ਨਾ MLA ਦਾ, ਉਹ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਚੋਰੀ ਹੋਈ ਹੈ, ਉਹ ਰੈਵਨਿਊ ਦੀ ਚੋਰੀ ਹੋਈ ਹੈ। ਸੋ ਇਸ ਕਰਕੇ ਇਹਦੇ ਉੱਤੇ ਵਾਈਟ ਪੇਪਰ ਕੈਪਟਨ ਅਮਰਿੰਦਰ ਸਿੰਘ ਜਾਰੀ ਕਰਨ ਜਾਂ ਕਲੀਨ ਚਿੱਟ ਦੇਣ, ਦੱਸਣ ਕਿ ਵਿਨੀ ਮਹਾਜਨ ਨੂੰ ਕਰਨ ਅਵਤਾਰ ਦੇ ਜਗ੍ਹਾ ਰਿਪਲੇਸ ਕਿਉਂ ਕੀਤਾ ਗਿਆ। ਕਾਰਨ ਤਾਂ ਕੋਈ ਹੋਏਗਾ ਨਾ, ਜਾਂ ਵਾਈਟ ਪੇਪਰ ਜਾਂ ਕਲੀਨ ਚਿੱਟ। ਕੈਪਟਨ ਨੇ ਕਿਹਾ ਕਿ ਨਸ਼ੇ ਦੀ ਲੱਕ ਤੋੜਦਾ ਪੰਜਾਬ 'ਚ, ਨਸ਼ਾ ਖਤਮ ਹੋ। ਕੈਪਟਨ ਅਮਰਿੰਦਰ ਸਿੰਘ ਜਿਹੜੇ ਚੰਦ ਹਫ਼ਤਿਆਂ ਦੇ ਵਿੱਚ ਸਹੁੰ ਚੱਕ ਕੇ ਆਏ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦਾਂਗੇ। ਅਫਸੋਸ ਆ
ਕਿ ਚਿੱਟਾ ਵੇਚਣ ਵਾਲੇ ਅੱਜ ਖਾਕੀ ਵਰਦੀ ਦੇ ਨਾਲ ਚਿੱਟੀ ਪਗੜੀ ਵਾਲੇ ਵੀ ਸ਼ਾਮਲ ਹੋਏ ਹੋਏ ਆ। ਪਹਿਲਾਂ ਨੀਲੀ ਪਗੜੀ ਹੁੰਦੀ ਸੀ, ਹੁਣ ਚਿੱਟੀ ਸ਼ਾਮਲ ਹੋ ਗਈ। ਇਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਬੋਰਡਾਂ ਦੇ ਜ਼ਰੀਏ ਤੇ VC ਦੇ ਜ਼ਰੀਏ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਆ। ਇੱਕ ਪਾਸੇ ਲਿਖਦੇ ਆ ਮਿਸ਼ਨ ਫਤਿਹ ਤੇ ਉਸੇ ਮੁੱਖ ਮੰਤਰੀ ਦਾ ਸਿਹਤ ਮੰਤਰੀ ਕਹਿ ਰਿਹਾ ਕਿ ਦੁਬਾਰਾ ਲਾਕਡਾਊਨ ਕਰਨ ਦੀਆਂ ਤਿਆਰੀਆਂ ਨੇ। ਇਹ ਬੜਾ ਫਰਕ ਹੈਗਾ। ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਉੱਤੇ ਗੁੰਮਰਾਹਕੁਨ ਬਿਆਨ ਦਿੰਦੇ ਆ, ਜਦ ਕਿ ਪੰਜਾਬ ਦੇ ਅੰਦਰ ਜਿਹੜੀ ਡੈਥ ਰੇਟ ਚਿੱਟੇ ਦੇ ਨਾਲ ਹੈਗੀ ਆ ਉਹਦੇ 'ਚ ਇਜ਼ਾਫਾ ਹੋਇਆ। ਚਿੱਟਾ ਦਾ ਤੁਸੀਂ ਕਿਸੇ ਪਿੰਡ ਕਿਸੇ ਸ਼ਹਿਰ ਚਲੇ ਜਾਓ, ਇੰਨੀ ਸੌਖੀ ਅਵੇਲੇਬਿਲਟੀ ਹੋਈ ਹੈ। ਇਹ ਖਾਕੀ ਤੇ ਚਿੱਟੀ ਪਗੜੀ ਨੇ ਚਿੱਟਾ ਵੇਚਣ ਵਾਲੇ ਕਾਰੋਬਾਰ ਦੇ ਉੱਤੇ ਕਬਜ਼ਾ ਕੀਤਾ ਹੋਇਆ। ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਚਿੱਟਾ ਜਿਹੜਾ ਮੁਕਤ ਕਰ ਦਿੱਤਾ। ਇੱਕ ਐਮਐਲਏ ਜਾ ਕੇ ਲਾਈਵ ਹੋ ਕੇ ਚਿੱਟਾ ਖਰੀਦ ਸਕਦਾ। ਐਮਐਲਏ ਦਾ ਫੇਸ ਜਾਣਿਆ ਪਛਾਣਿਆ ਹੁੰਦਾ। ਜੇ ਇੱਕ ਐਮਐਲਏ ਲਾਈਵ ਹੋ ਕੇ ਚਿੱਟਾ ਖਰੀਦ ਸਕਦਾ, ਤੁਸੀਂ ਸਮਝ ਸਕਦੇ ਹੋ ਕਿ ਚਿੱਟਾ ਗਲੀ ਗਲੀ ਸ਼ਰੇਆਮ ਵਿਕ ਰਿਹਾ। ਸਰ ਡੀਜ਼ਲ ਜਿਹੜੇ ਰੇਟ ਜਿਹੜੇ ਵਾਧੇ ਪਏ ਨੇ ਕਿਸਾਨਾਂ ਨੂੰ ਕਿਤਨਾ ਕਿਤੇ ਉਹ ਵੀ ਜਿਹੜੇ ਤੀਸਰੇ ਨੇ ਉਹਨਾਂ ਦਾ ਲਾਕਡਾਊਨ ਤੋਂ ਲੈ ਕੇ ਹੁਣ ਤੱਕ ਤਕਰੀਬਨ 10.5-11 ਰੁਪਏ ਡੀਜ਼ਲ ਦੇ ਰੇਟ ਵਧੇ ਆ, ਜਦ ਕਿ ਜਿਹੜਾ ਕਰੂਡ ਆਇਲ ਆ ਉਹ ਪਾਣੀ ਨਾਲੋਂ ਵੀ ਸਸਤਾ ਹੋਇਆ ਹੈ। ਅਮਰੀਕਾ ਦੇ ਵਿੱਚ ਇੱਕ ਦਿਨ ਮਾਈਨਸ ਤੇ ਉਹਨਾਂ ਨੇ ਨਾਲ ਜਿੰਨੇ ਉੱਥੇ ਗੈਸ ਸਟੇਸ਼ਨਸ ਹੈਗੇ ਉਹਨਾਂ ਨੇ ਨਾਲ ਕੋਈ ਨਾ ਕੋਈ ਗਿਫਟ ਦਿੱਤਾ ਵੀ ਇਹ ਭਰਾ ਕੇ ਲੈ ਜਾਓ, ਸਾਡਾ ਪੰਪ ਖਾਲੀ ਕਰ ਦਿਓ। ਇਦਾਂ ਦੇ ਹਾਲਾਤ ਆਏ ਇੱਕ ਦਿਨ ਵਾਸਤੇ। ਤੇ ਸਾਡੇ ਦੇਸ਼ ਦੇ ਵਿੱਚ ਮੋਦੀ ਸਾਹਿਬ ਕਰੋਨਾ ਕਰਕੇ ਅਣਐਲਾਨੀ ਐਮਰਜੈਂਸੀ ਕਿ ਕੋਈ ਬੋਲ ਨਾ ਸਕੇ। ਆ ਮੇਰੇ ਉੱਤੇ FIRਾਂ ਸਾਡੇ ਤੇ ਕੀਤੀਆਂ ਨੇ, ਮਾਸਕ ਦੀਆਂ ਨਹੀਂ ਹੈਗੀਆਂ, ਇਹ ਕੀਤੀਆਂ ਵੀ ਟੇਪੀ ਕਿਉਂ ਨਹੀਂ ਲਾਈ ਮੂੰਹ ਨੂੰ। ਤੁਸੀਂ ਮਾਸਕ ਨਹੀਂ, ਟੇਪ ਲਾਓ ਮੂੰਹ ਨੂੰ। ਬੋਲਣਾ ਨਹੀਂ ਕਿਸੇ ਨੇ ਵੀ, ਜਿਹੜਾ ਬੋਲੂਗਾ ਉਹ ਤੇ ਮੁਕੱਦਮਾ ਠੋਕ ਦੇਵਾਂਗੇ। ਇਹ ਅਣਐਲਾਨੀ ਐਮਰਜੈਂਸੀ ਆ। ਅਫਸੋਸ ਹੈ ਕਿ ਦੇਸ਼ ਦੇ ਅੰਦਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਚੁੱਪ ਤੇ ਖਾਮੋਸ਼ ਬੈਠੀ ਹੈ। ਉਹ ਕਹਿੰਦੀ ਕਰੋਨਾ ਬੋਲਣਾ ਨਹੀਂਗਾ ਬਈ, ਕਰੋਨਾ ਹੈਗਾ ਬੋਲਣਾ ਨਹੀਂਗਾ। ਕਰੋਨਾ ਨੇ ਮੂੰਹ ਦੇ ਉੱਤੇ ਮਾਸਕ ਪਾਇਆ, ਮੂੰਹ ਤੇ ਟੇਪ ਨਹੀਂ ਲਾਈ। ਸੋ ਅਸੀਂ ਵਿਰੋਧ ਕਰਦੇ ਹਾਂ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਾਂ ਕਿ ਜਿਹੜਾ 2.5 ਰੁਪਏ ਦੇ ਕਰੀਬ ਵੱਧ ਟੈਕਸ ਦੂਜੇ ਸੂਬਿਆਂ ਤੋਂ, ਉਹ 2.5 ਰੁਪਏ ਵੀ ਛੱਡੋ ਤੇ 20 ਰੁਪਏ ਕਿਸਾਨ ਨੂੰ ਡੀਜ਼ਲ ਦੇ ਉੱਤੇ ਤੁਰੰਤ ਸਬਸਿਡੀ ਦਿਓ। ਸ਼ੁਕਰੀਆ ਦੋਸਤੋ, ਮਿਹਰਬਾਨੀ। ਅੱਛਾ ਹੁਣ ਨਾਲ ਚਲੋਗੇ ਤੁਸੀਂ ਸਾਰੇ? ਆ ਸਿੱਧਾ ਹੀ ਬਸ ਲਓ। तो ਅਸੀਂ ਸਾਰੀ ਡਿਟੇਲ ਜਲਿਆਂਵਾਲਾ ਬਾਗ ਤੋਂ ਲੈ ਕੇ ਚੰਡੀਗੜ੍ਹ CM ਰੈਜ਼ੀਡੈਂਸ ਤੱਕ ਕਿੰਨੇ ਕੁ ਲੋਕ ਸਾਨੂੰ ਪਿੰਡਾਂ ਦੇ ਵਿੱਚ ਅੱਧੀ ਰਾਤ ਤੱਕ ਮਿਲਦੇ ਰਹੇ ਆ। ਉਹਨਾਂ ਕਿਸਾਨਾਂ ਦੀਆਂ, ਦਲਿਤ ਖੇਤ ਮਜ਼ਦੂਰਾਂ ਦੀਆਂ, ਪੱਲੇਦਾਰ ਆੜ੍ਹਤੀਆਂ ਦੀਆਂ ਇਸ ਕਾਲੇ ਆਰਡੀਨੈਂਸ ਨੂੰ ਲੈ ਕੇ ਜਿਹੜਾ ਪੰਜਾਬ ਦੇ ਡੈਥ ਵਾਰੰਟ ਹੈਗੇ ਆ ਉਹਨੂੰ ਲੈ ਕੇ ਭਾਵਨਾਵਾਂ ਕੀ ਹੈਗੀ। ਕਿਉਂਕਿ ਅਸੀਂ 3 ਦਿਨ ਪਹਿਲਾਂ ਜਿਹੜਾ ਪੈਂਫਲੇਟ ਬਰੋਸ਼ਰ ਪ੍ਰਿੰਟ ਕਰਾਇਆ ਸੀ, GT ਰੋਡ ਦੇ 5 ਕਿਲੋਮੀਟਰ ਘੇਰੇ 'ਚ ਪੈਂਦੇ ਪਿੰਡ ਕਸਬਿਆਂ ਦੇ ਵਿੱਚ ਚੰਗੀ ਤਰ੍ਹਾਂ ਵੰਡਾ ਕੇ ਲੋਕਾਂ ਨੂੰ ਸਮਝਾਇਆ ਕਿ ਇਹ ਆਰਡੀਨੈਂਸ ਹੈ ਕੀ ਹੈ। ਜਿਹੜੀਆਂ ਗੱਲਾਂ ਸਾਨੂੰ 300 ਕਿਲੋਮੀਟਰ ਦੇ ਤਜਰਬੇ ਦੇ ਵਿੱਚੋਂ ਲੋਕਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹ ਸਾਰੀਆਂ ਅਸੀਂ ਮੁੱਖ ਮੰਤਰੀ ਦੇ OSP ਸਾਹਿਬ ਨੂੰ ਦੱਸ ਕੇ ਆਏ ਹਾਂ ਐਂਡ ਲਿਖਤ ਰੂਪ ਦੇ ਵਿੱਚ ਵੀ। ਐਂਡ ਇਹ ਵੀ ਦੱਸ ਕੇ ਆਏ ਆ ਜਿਹੜੀ ਆਲ ਪਾਰਟੀ ਮੀਟ ਹੈਗੀ ਆ ਉਹਦੇ ਵਿੱਚ ਪਾਸ ਕੀਤੇ ਪ੍ਰਸਤਾਵ ਦਾ ਇੱਕ ਪੈਸੇ ਦਾ ਵੀ ਲਾਭ ਨਹੀਂ ਹੈਗਾ। ਸਾਡੇ ਸਟੇਟ ਦੀ ਸਟੈਚੂਰੀ ਬਾਡੀ ਪੰਜਾਬ ਵਿਧਾਨ ਸਭਾ, ਉਸ ਸਟੈਚੂਰੀ ਬਾਡੀ ਪੰਜਾਬ ਵਿਧਾਨ ਸਭਾ ਦਾ ਤੁਰੰਤ ਹੰਗਾਮੀ ਸੈਸ਼ਨ ਕਾਲ ਕੀਤੇ ਬਿਨਾਂ ਇਸ ਕਾਲੇ ਕਾਨੂੰਨ ਆਰਡੀਨੈਂਸ ਦਾ ਭੋਗ ਪਾਏ ਬਿਨਾਂ ਗੱਡੀ ਨਹੀਂ ਚੱਲਣੀ। ਨਾਲੇ ਵੀ ਕਹਿ ਕੇ ਆਏ ਆ ਵੀ ਮੁੱਖ ਮੰਤਰੀ ਸਾਹਿਬ ਨੂੰ ਕਹਿ ਦਿਓ ਵੀ ਸੈਸ਼ਨ ਕਾਲ ਕਰਕੇ ਬਹੁਤ ਸੰਮਤੀ ਦੇ ਨਾਲ ਰੱਦ ਕਰਨ। ਅਗਲਾ ਕੋਈ ਐਜੀਟੇਸ਼ਨ ਦੇਣਗੇ ਇਸ ਕਾਲੇ ਕਾਨੂੰਨ ਦੇ ਵਿਰੁੱਧ, ਅਸੀਂ ਪਾਰਟੀ ਵਾਈਜ਼ ਤੋਂ ਉੱਤੇ ਉੱਠ ਕੇ, ਸਾਨੂੰ ਬੁਲਾਉਣਗੇ ਨਹੀਂ, ਅਸੀਂ ਬਿਨ ਬੁਲਾਏ ਜਾਵਾਂਗੇ ਸਪੋਰਟ ਕਰਨ ਵਾਸਤੇ। ਚਾਹੇ ਉਹ ਮੋਦੀ ਸਾਹਿਬ ਦੇ ਦਫ਼ਤਰ ਕੋਠੀ ਦਾ ਘਿਰਾਓ ਹੋਵੇ, ਕੋਈ ਹੋਰ ਦਿੱਲੀ ਦੇ ਅੰਦਰ ਐਜੀਟੇਸ਼ਨ ਹੋਵੇ, ਅਸੀਂ ਬਿਨਾਂ ਸੱਤਾਧਾਰੀ ਧਿਰ ਦੇ ਕਹੇ ਤੋਂ ਸ਼ਮੂਲੀਅਤ ਕਰਨ ਜਾਵਾਂਗੇ, ਸਿਰਫ ਪੰਜਾਬ ਨੂੰ ਬਚਾਉਣ ਹੈ। ਕਿਉਂਕਿ ਐਡਾ ਖਤਰਨਾਕ ਖੇਤੀ ਸੁਧਾਰਾਂ ਦੇ ਨਾਮ ਦੇ ਉੱਤੇ ਆਰਡੀਨੈਂਸ ਆ। ਪੰਜਾਬ ਦੀ 80% ਕਿਸਾਨੀ ਦੀ ਜ਼ਮੀਨ ਕੌਡੀਆਂ ਦੇ ਭਾਅ ਅਡਾਨੀਆਂ ਨੇ ਖਰੀਦਣ ਦੀ ਪਲੈਨਿੰਗ ਇਸ ਆਰਡੀਨੈਂਸ ਦੇ ਜ਼ਰੀਏ ਕੀਤੀ ਹੈ। ਕਨਵੈਂਸ ਆ
ਐਂਡ OSD ਸਾਹਿਬ ਨੇ ਇਹ ਵੀ ਕਿਹਾ, ਮੈਂ ਉਹਨਾਂ ਨੂੰ ਕਿਹਾ ਸੀ ਵੀ ਮੁੱਖ ਮੰਤਰੀ ਸਾਹਿਬ ਟੈਲੀਫੋਨ ਤੇ ਮੇਰੀ ਗੱਲ ਕਰਾ ਦਿਓ। ਉਹਨਾਂ ਨੇ ਕਿਹਾ ਮੈਂ ਜ਼ਰੂਰ ਤੁਹਾਡੀ ਟੈਲੀਫੋਨ ਦੇ ਉੱਤੇ ਵੀ ਯਤਨ ਕਰੂੰਗਾ ਵੀ ਤੁਹਾਡੀ ਗੱਲ ਹੋ ਸਕੇ। ਮੈਨੂੰ ਉਮੀਦ ਹੈਗੀ ਆ ਕਿ ਸੈਸ਼ਨ ਕਾਲ ਹੋ ਜਾਵੇ। ਮੁੱਖ ਮੰਤਰੀ ਸਾਹਿਬ ਅਸੀਂ ਦਾ ਪੱਲਾ ਅੱਡ ਕੇ ਮੰਗ ਕੇ ਆਏ ਆ, ਮੁੱਖ ਮੰਤਰੀ ਸਾਹਿਬ ਇਹ ਮੰਗ ਮੰਨ ਲੈਣ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪੁਖਤਾ ਤੌਰ ਤੇ ਜਾਣਕਾਰੀ ਹੈ ਵੀ ਇਹਦੇ ਨਾਲ ਪੰਜਾਬ ਗਿਆ, ਜਿਵੇਂ ਮੱਕੀ ਦੀ ਮੈਂ ਤੁਹਾਨੂੰ MSP ਦੱਸਦਾ ਵੀ 1850 ਰੁਪਏ ਤੇ ਵਿਕੀ ਹੈਗੀ ਆ 650 ਰੁਪਏ। ਇਹੀ ਹਾਲ ਆਉਂਦੇ ਸਾਲਾਂ ਦੇ ਵਿੱਚ ਕਣਕ ਤੇ ਜੀਰੀ ਦਾ ਹੋਣਾ। ਸੋ ਮੈਨੂੰ ਉਮੀਦ ਆ ਵੀ ਸੈਸ਼ਨ ਕਾਲ ਕਰਨਗੇ। ਸੈਸ਼ਨ ਕਾਲ ਅਗਰ ਕਾਂਗਰਸ ਕਰਕੇ ਇਸ ਕਾਲੇ ਕਾਨੂੰਨ ਦਾ ਫਾਤਿਹਾ ਪੜ੍ਹਦੀ ਆ, ਕੋਈ ਐਜੀਟੇਸ਼ਨ ਕਰਨਗੇ, ਅਸੀਂ ਬਿਨਾਂ ਇਹਨਾਂ ਦੀ ਕਾਲ ਤੋਂ ਸਾਨੂੰ ਨਾ ਬੁਲਾਉਣ, ਅਸੀਂ ਤਾਂ ਵੀ ਸਪੋਰਟ ਕਰਾਂਗੇ ਜ਼ਰੂਰ। ਸਰ ਇੱਕ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨੇ ਕਿਹਾ MSP ਜਿਹੜੀ ਹੈਗੀ ਹੈ ਕੁਛ ਨਹੀਂ ਲੱਗ ਹੀ ਨਹੀਂ ਰਹੀ, ਸਿਰਫ ਤੁਸੀਂ ਇੱਕ ਪੋਲੀਟੀਕਲ ਏਜੰਡਾ ਬਣਾਇਆ ਹੋਇਆ। ਨਹੀਂ MSP ਮੈਂ ਤਾਂ ਮੰਨਦਾ, MSP ਟੁੱਟਣੀ ਥੋੜੀ ਹੈ। ਮੈਂ ਤਾਂ ਖੁਦ ਸੁਖਬੀਰ ਬਾਦਲ ਜੀ ਦੀ ਇਸ ਸਟੇਟਮੈਂਟ ਦੇ ਨਾਲ ਸਹਿਮਤ ਹਾਂ। MSP ਸੁਖਬੀਰ ਬਾਦਲ ਜੀ ਦੀ ਪਤਨੀ ਕੈਬਨਿਟ ਦੇ ਮੋਦੀ ਕੈਬਨਿਟ ਦੇ ਵਿੱਚ ਵਜ਼ੀਰ ਆ। MSP ਮੱਕੀ ਦੇ ਉੱਤੇ ਆ, ਮੱਕੀ MSP ਦੇ ਅਨੁਸਾਰ ਪਕਾਉਣ। ਉਹ ਮੇਰੇ ਨਾਲ ਚੱਲਣ, ਮੀਡੀਆ ਦੀ ਹਾਜ਼ਰੀ 'ਚ ਕਿਸੇ ਮੰਡੀ 'ਚ ਲੈ ਚਲੋ ਉਹਨਾਂ ਨੂੰ, 650 ਤੋਂ ਲੈ ਕੇ 850 ਤੱਕ ਮੱਕੀ ਵਿਕ ਰਹੀ ਆ। MSP ਕਿੰਨੀ ਆ? 1850। ਮੈਂ ਬਾਦਲ ਸਾਹਿਬ ਦੀ ਗੱਲ ਕੱਟਦਾ ਨਹੀਂ, ਮੈਂ ਤਾਂ ਕਹਿੰਦਾ ਵੀ ਮੈਂ ਸਹਿਮਤ ਹਾਂ ਉਹਨਾਂ ਨਾਲ। MSP ਰਹੂਗੀ ਕਣਕ ਦੀ ਵੀ, ਝੋਨੇ ਦੀ, ਪਰ ਸਰਕਾਰੀ ਏਜੰਸੀ ਖਰੀਦ ਕਰਨ ਨਹੀਂ ਆਊਗੀ। ਖਰੀਦ ਕਰਨਗੇ ਅਡਾਨੀ, ਜਿਨ੍ਹਾਂ ਨੇ 2500 ਏਕੜ ਦੇ ਵਿੱਚ ਡਬਰੂ ਫਿਰੋਜ਼ਪੁਰ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਕੀਤਾ। ਰੇਲਵੇ ਲਾਈਨ ਅੰਦਰ ਜਾਂਦੀ ਆ। ਇਹ ਸਾਰੀ ਜਿਹੜੀ ਆ ਪਲੇਟਫਾਰਮ ਉਹਨਾਂ ਵਾਸਤੇ ਰੈਡੀ ਹੋ ਰਿਹਾ। ਐਂਡ ਸੁਖਬੀਰ ਬਾਦਲ ਦੀ ਮਜਬੂਰੀ ਆ ਕਿ ਆਪਣੀ ਤੀਵੀਂ ਦੀ ਬਾਜ਼ਾਰ 'ਚ ਬਚਾ ਕੇ ਰੱਖਣੀ ਆ। ਸਿਰਫ ਇੱਥੇ ਤੱਕ। ਪਰ ਉਹ ਕਹਿੰਦੇ ਸਾਨੂੰ ਕੁਰਸੀ ਨਾਲ ਕੋਈ ਪਿਆਰ ਹੀ ਨਹੀਂ ਹੈ ਜੀ, ਕਹਿੰਦੇ ਕੁਰਸੀ ਛੱਡਾਂਗੇ ਅਸੀਂ। ਕਹਿੰਦੇ ਗੱਲ ਨਹੀਂ ਸਮਝੇ, ਜਦੋਂ ਨੱਕ 'ਚ ਚੋ ਕੇ ਮੂੰਹ 'ਚ ਪੈ ਗਈ ਫਿਰ ਛੱਡਣਗੇ? ਕਦੋਂ ਨੂੰ ਛੱਡਣਗੇ? ਜਦੋਂ ਆਰਡੀਨੈਂਸ ਕੇਂਦਰੀ ਵਜ਼ਾਰਤ ਦਾ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ, ਉਸ ਮੀਟਿੰਗ ਦੇ ਵਿੱਚੋਂ ਬੀਬਾ ਹਰਸਿਮਰਤ ਕੌਰ ਵਾਕਆਊਟ ਕਿਉਂ ਨਹੀਂ ਕਰਕੇ ਆਏ? ਰਾਜਾਂ ਦੇ ਅਧਿਕਾਰਾਂ ਦੇ ਉੱਤੇ ਵੱਡਾ ਡਾਕਾ। ਤੇ ਅਕਾਲੀ ਦਲ ਉਹ ਪਾਰਟੀ ਆ ਜਿਹੜੀ ਹਮੇਸ਼ਾ ਦੇਸ਼ ਦੇ ਅੰਦਰ ਰਾਜਾਂ ਦੇ ਵੱਧ ਅਧਿਕਾਰਾਂ ਦੀ ਰਾਖੀ ਕਰਦੀ ਆ, ਫੈਡਰਲਿਜ਼ਮ ਦੀ ਮਦਈ ਰਹੀ ਆ। ਤੇ ਅੱਜ ਫੈਡਰਲਿਜ਼ਮ ਦੇ ਉੱਤੇ ਵੱਡਾ ਡਾਕਾ ਵੱਜਿਆ ਹੋਵੇ, ਉਹ ਸਬਜੈਕਟ ਜਿਹਦੇ ਤੇ ਨਰੋਲ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਤੇ 26ਵੀਂ ਐਂਟਰੀ, ਜਿਹਦੇ ਵਿੱਚ ਖੇਤੀਬਾੜੀ ਤੇ ਮੰਡੀਕਰਨ ਸਟੇਟ ਸਬਜੈਕਟ ਹੋਵੇ, ਕੇਂਦਰ ਬਣਾ ਜਾਵੇ ਕਾਨੂੰਨ, ਤੇ ਅਕਾਲੀ ਦਲ ਦਾ ਪ੍ਰਧਾਨ ਉਹਦਾ ਕਰੇ ਸਮਰਥਨ। ਜਵਾਬ ਦੇਵੇ ਨਾ ਇਹਨਾਂ ਗੱਲਾਂ ਦਾ। ਸਰ ਪਾਰਟੀ ਮੀਟਿੰਗ ਹੋਈ ਸੀ, ਸਿਮਰਜੀਤ ਬੈਂਸ ਨੂੰ ਬੁਲਾਇਆ ਗਿਆ, 2 MLA ਨੇ ਤੁਹਾਡੀ ਪਾਰਟੀ ਦੇ, ਤੋਂ ਬਾਅਦ ਵੀ ਨਹੀਂ। ਉਹਨਾਂ ਪਾਰਟੀਆਂ ਨੂੰ ਬੁਲਾ ਲੈਂਦੇ ਆ। ਮੈਂ ਇਹ ਨਹੀਂ ਕਿਹਾ ਵੀ ਸਾਨੂੰ ਬੁਲਾਓ, ਮੈਂ ਤੁਹਾਡੇ ਜਰੀਏ ਆਪਣੀ ਗੱਲ ਲੋਕਾਂ 'ਚ ਪਹੁੰਚਦੀ ਕਰ ਲੈਣੀ। ਮੇਰੇ ਕੋਲ ਸਾਈਕਲ ਵੀ ਹੈਗਾ, 2 ਪੈਰ ਤੇ 2 ਟਾਇਰ, ਇਹ ਜਿਉਂਦੇ ਵਸਦੇ ਰਹਿਣ, ਚੱਲੂਗਾ ਕੰਮ ਇੱਦਾਂ ਹੀ। ਮੁੱਖ ਮੰਤਰੀ ਸਾਹਿਬ ਨਹੀਂ ਬੁਲਾਉਣਗੇ, ਕੋਈ ਪਰਵਾਹ ਨਹੀਂ। ਮੈਂ ਉਮਰ ਦੇ ਤਕਾਜ਼ੇ ਨਾਲ ਰਿਸਪੈਕਟ ਕਰਦਾ, ਪਰ ਜਿੱਥੇ ਕੋਈ ਕਾਲਾ ਕੰਮ ਕਰਨਗੇ ਮੈਂ ਚਿਹਰਾ ਬੇਨਕਾਬ ਲਾਜ਼ਮੀ ਕਰੂੰਗਾ। ਤੁਹਾਡੇ ਜਰੀਏ ਲੋਕਾਂ ਦੀ ਕਚਹਿਰੀ ਜਾਊਂਗਾ। ਹੁਣ ਵੀ ਮੈਂ ਕਹਿੰਦਾ, ਜੇ ਕਾਨੂੰਨ ਲਾਗੂ ਹੋ ਗਿਆ, ਮੈਂ ਕਿਸਾਨਾਂ ਨਾਲ ਲਾਮਬੰਦੀ ਕਰਕੇ ਆਵਾਂਗੇ, ਰੇਲਾਂ ਪੱਟ ਦਿਆਂਗੇ, ਫੜ ਕੇ ਰੇਲਾਂ ਬੰਦ ਕਰ ਦਿਆਂਗੇ। ਇਹ ਨਹੀਂ ਹੈਗਾ ਵੀ ਅਸੀਂ ਕੋਈ ਮਰੇ ਹੋਏ ਆ। ਜੇ ਸੱਤਾਧਾਰੀ ਵੱਡੀਆਂ ਪਾਰਟੀਆਂ ਵਿਕ ਗਈਆਂ, ਪੰਜਾਬ ਦੇ ਅਣਖੀ ਕਿਸਾਨ ਤੇ ਪੰਜਾਬ ਦੇ ਲੋਕ ਜਿਉਂਦੀ ਅਣਖ ਵਾਲੇ ਜਾਗਦੇ ਆ। ਹਜੇ ਜਿਹੜਾ ਮੈਸੇਜ ਲੈ ਕੇ ਬੈਂਸ ਚੱਲੇ ਸਨ ਕਿ ਉਹ ਪਹੁੰਚ ਗਿਆ ਸੀ? 101% ਪਹੁੰਚੂਗਾ। ਮੈਂ ਬੈਠ ਕੇ ਕਿਉਂ ਗੱਲ ਕਰਨ ਦੀ ਗੱਲ ਕੀਤੀ ਆ? ਖਾਨਾ ਪੂਰੀ ਕਰਨੀ ਹੁੰਦੀ ਇੱਥੇ ਫੜਾ ਦਿੰਦਾ ਮੈਂ ਉਹਨਾਂ ਨੂੰ ਵੀ ਲੈ ਜਾਓ ਜੀ, ਤਾਂ ਕਿ ਮੈਂ 300 ਕਿਲੋਮੀਟਰ ਅੱਤ ਦੀ ਗਰਮੀ ਦੇ ਵਿੱਚ ਜਿਹੜਾ ਲੋਕਾਂ ਤੋਂ ਇਸ ਆਰਡੀਨੈਂਸ ਦੇ ਪ੍ਰਤੀ ਵਿਚਾਰ ਲੈ ਕੇ ਆਇਆ, ਕਮ ਸੇ ਕਮ ਉਹ ਤਾਂ ਮੈਂ ਸਾਰੇ ਅੰਦਰ ਦੱਸ ਦੇਵਾਂ ਨਾ ਜਾ ਕੇ ਕਿ OSD ਦੀ ਜਿਹੜੀ ਪੋਸਟ ਕ੍ਰੀਏਟ ਕਾਹਦੇ ਲਈ ਹੁੰਦੀ ਹੈ। ਮੈਂ ਤਾਂ ਅੰਦਰ ਇਹ ਵੀ ਕਹਿ ਕੇ ਆਇਆ ਵੀ ਮੁੱਖ ਮੰਤਰੀ ਸਾਹਿਬ ਨੂੰ ਫਤਿਹ ਵੀ ਬੁਲਾ ਦਿਓ, ਉਹਨਾਂ ਨੂੰ ਕਹੋ ਗੁਫਾ 'ਚੋਂ ਵੀ ਬਾਹਰ ਆ ਜਾਓ, ਸੈਲਫ ਕੁਆਰੰਟਾਈਨ ਹੋਏ ਹੋਏ ਆ, ਬਾਹਰ ਆ ਜਾਓ, ਕੁਝ ਨਹੀਂ ਹੁੰਦਾ। ਮੈਂ ਕਹਿ ਕੇ ਆਇਆ, ਰੀਅਲੀ ਪੁੱਛ ਸਕਦੇ ਹੋ ਤੁਸੀਂ। ਮੈਂ ਕਹਿ ਕੇ ਆਇਆ, ਮੈਂ ਮੇਰੇ ਵੱਲੋਂ ਮੈਂ ਉਹਨਾਂ ਦੀ ਸਿਹਤ ਯਾਬੀ ਦੀ ਅਰਦਾਸ ਕਰਦਾ, ਕਾਮਨਾ ਕਰਦਾ ਵੀ ਉਹ ਤੰਦਰੁਸਤ ਰਹਿਣ, ਪਰ ਉਹਨਾਂ ਨੂੰ ਕਹੋ ਆ ਜਾਓ, ਗੁਫਾ 'ਚੋਂ ਬਾਹਰ ਆ ਜਾਓ। ਸੈਲਫ ਕੁਆਰੰਟਾਈਨ ਤੋਂ ਬਾਹਰ ਆ ਕੇ ਚੰਗੇ ਤਰੀਕੇ ਨਾਲ ਜਿਹੜੀਆਂ ਲੋਕਾਂ ਨੂੰ ਦੁਸ਼ਵਾਰੀਆਂ ਕਰੋਨਾ ਕਰਕੇ ਜਾਂ ਲਾਕਡਾਊਨ ਕਰ, ਉਹਨਾਂ ਦਾ ਰਿਜ਼ੋਲਵ ਕਰੋ। BC ਤੇ ਨਹੀਂ ਹੋਣਾ ਵੀਡੀਓ ਕਾਨਫਰੰਸਿੰਗ ਤੇ। ਜੇ BC ਤੇ ਹੋਣਾ ਹੁੰਦਾ ਤੇ ਮੈਂ ਕਹਿੰਦਾ MLA MP ਜਾਂ ਸਰਕਾਰਾਂ ਚੋਂ ਨਹੀਂ ਲੋੜ ਹੀ ਨਹੀਂ ਪੈਂਦੀ, BC ਤੇ ਸਾਰਾ ਕੁਝ ਹੋਈ ਜਾਂਦਾ। ਧੰਨਵਾਦ ਜੀ।